अस्सलाम वालेकुम दोस्तों, मित्रों, सज्जनों, की हाल ने ते की चाल ने। ਟੀਫੀ ਬੱਟ ਸਾਹਿਬ ਵਾਲਾ ਤੇ ਮਾਮਲਾ ਸਾਡੇ ਸਾਰਿਆਂ ਦੇ ਸਾਹਮਣੇ ਹੀ ਆ ਤੇ ਉਹਨਾਂ ਦੇ ਵੀ ਥੋੜੇ ਹਕਾਇਕ ਤੁਹਾਡੇ ਸਾਹਮਣੇ ਰੱਖਣੇ ਆ ਤੇ ਗੋਗੀ ਬੱਟ ਸਾਹਿਬ ਦਾ ਮੈਂ ਜ਼ਾਇਚਾ ਬਣਾਇਆ ਤੇ ਗੋਗੀ ਬੱਟ ਸਾਹਿਬ ਦੀ ਜਿਹੜੀ ਡੇਟ ਆਫ ਬਰਥ ਸਾਡੇ ਕੋਲ ਨਹੀਂ ਹੈਗੀ ਤੇ ਜਿਹਦੀ ਵਜ੍ਹਾ ਤੋਂ ਅਸੀਂ ਪ੍ਰੋਪਰ ਜ਼ਾਇਚੇ ਨੂੰ ਹੱਥ ਨਹੀਂ ਪਾ ਸਕਦੇ। ਲੇਕਿਨ ਇਹ ਕਿ ਅਸੀਂ ਇਲਮੇ ਰਮਲ ਦੇ ਨਾਲ ਇੱਕ ਕੋਸ਼ਿਸ਼ ਕਰਕੇ ਦੇਖਦੇ ਹਾਂ ਕਿ ਸੂਰਤ-ਏ-ਹਾਲ ਕੀ ਚੱਲ ਰਹੀ ਹੈ। ਠੀਕ ਹੈ, ਹੁਣ ਸਵਾਲ ਸਾਡਾ ਥੋੜਾ ਜਿਹਾ ਇਹ ਹੈਗਾ ਕਿ ਗੋਗੀ ਬੱਟ ਸਾਹਿਬ ਜਿਹੜੇ ਨੇ ਇਸ ਮਹੀਨੇ ਕਿ ਉਹਨੂੰ ਕਹਿੰਦੇ ਨੇ ਨਾ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਜਾਣਗੇ ਕਿ ਨਹੀਂ ਜਾਣਗੇ, ਇਹ ਆਪਣਾ ਸਵਾਲ ਹੈਗਾ ਕੁੱਲ ਮਿਲਾ ਕੇ ਗੋਗੀ ਬੱਟ ਸਾਹਿਬ ਦੇ ਬਾਰੇ। ਠੀਕ ਹੋ ਗਿਆ, ਇਹ ਵਕਤੀ ਜ਼ਾਇਚਾ ਇਸ ਵਕਤੀ ਜ਼ਾਇਚੇ ਦੇ ਹਿਸਾਬ ਦੇ ਨਾਲ ਜਿਹੜਾ ਨਾ ਮੇਰੀ ਪੂਰੀ ਸਟੋਰੀ ਹੈ ਜ਼ਾਇਚਾ ਰਮਲ ਦਾ ਜ਼ਾਇਚਾ ਹੈ। ਠੀਕ ਹੈ, ਇੱਕ ਗੱਲ ਜ਼ਿਹਨ 'ਚ ਰੱਖਣੀ ਕਿ ਸਾਡੇ ਕੋਲ ਇਹਨਾਂ ਦਾ ਡੇਟ ਆਫ ਬਰਥ ਵਗੈਰਾ ਕੋਈ ਚੀਜ਼ ਨਹੀਂ ਹੈ, ਇਲਮ ਰਮਲ ਦੇ ਨਾਲ ਅਸੀਂ ਵਕਤੀ ਸਵਾਲ ਕੀਤਾ ਹੈ। ਠੀਕ ਹੈ, ਹੁਣ ਵਕਤੀ ਸਵਾਲ ਦੇ ਅੰਦਰ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਦੇਖੋ ਖਾਨਾ ਨੰਬਰ 1 ਜਿਹੜਾ ਹੈ ਨਾ ਨੀਲੇ ਰੰਗ ਦਾ, ਉੱਤੇ ਮੈਂ ਸਰਕਲ ਲਾਇਆ ਹੈ, ਲਾਈਨਾਂ ਲੱਗੀਆਂ ਨੇ 4। ਠੀਕ ਹੈ, 4 ਲਾਈਨਾਂ ਦਾ ਮਤਲਬ ਹੈ ਕਿ ਗੋਗੀ ਬੱਟ ਸਾਹਿਬ ਦਾ ਜਿਹੜਾ ਨਾ ਦਿਮਾਗੀ ਤੌਰ ਤੇ ਨਾ ਸਮਝ ਲਓ ਕਿ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ। ਗੱਲ ਨੂੰ ਸਮਝ ਰਹੇ ਹੋ? ਇਹ ਇਸ ਵਕਤ ਦੀ ਕਹਿ ਲਓ ਕਿ 3:18 ਦੁਪਹਿਰ ਨੂੰ ਦੀ ਇਹ ਮੌਜੂਦਾ ਸੂਰਤ-ਏ-ਹਾਲ ਆ ਕਿ ਉਹਨਾਂ ਦਾ ਜਿਹੜਾ ਉਹ ਕਹਿੰਦੇ ਨਾ ਦਿਮਾਗੀ ਤਵਾਜ਼ਨ ਜਿਹੜਾ ਥੋੜਾ ਜਿਹਾ ਪਰੇਸ਼ਾਨੀ ਦੇ ਵਜ੍ਹਾ ਤੋਂ ਕਹਿ ਲਓ ਕਿ ਬਿਲਕੁਲ ਬੰਦ ਹੋ ਗਿਆ ਹੈ। ਠੀਕ ਹੈ, ਉਸ ਤੋਂ ਬਾਅਦ ਇਹੀ ਸ਼ਕਲ ਜਿਹੜੀ ਰਿਪੀਟ ਹੋ ਰਹੀ ਹੈ ਦੁਬਾਰਾ ਫਿਰ ਇੱਕ ਨੀਲੀ ਜੀ ਲਾਈਨ ਲਾਈ ਉੱਪਰ ਤੁਸੀਂ ਦੇਖੋ 5ਵੇਂ ਖਾਨੇ ਦੇ ਅੰਦਰ। ਠੀਕ ਹੋ ਗਿਆ, ਇਹ ਮੈਂ ਮੋਟਾ ਤਜਜ਼ੀਆ ਕਰ ਰਿਹਾ ਵਾਂ। ਠੀਕ ਹੈ, ਇਹਦੇ ਪਿੱਛੇ ਮੈਂ ਨੁਕਤੇ ਦਾ ਤਜਜ਼ੀਆ ਕਰਨਾ ਹੈ ਤੇ ਫਿਰ ਇਲਮੇ ਰੂਹੀ ਦਾ ਤਜਜ਼ੀਆ ਕਰਨਾ। ਠੀਕ ਹੈ, ਤੇ ਗੋਗੀ ਬੱਟ ਸਾਹਿਬ ਦੀ ਜਿਹੜੀ ਮੌਜੂਦਾ ਸੂਰਤ-ਏ-ਹਾਲ ਇਹ ਗਿਆ ਕਿ ਫਿਲਹਾਲ ਜਿਹੜਾ ਨਾ ਜ਼ਿਹਨੀ ਦਿਮਾਗੀ ਤੌਰ ਦੇ ਉੱਤੇ ਉਹ ਡਰ ਗਿਆ ਹੈ, ਸ਼ਦੀਦ ਡਰ ਗਿਆ ਹੈ ਤੇ ਉਹਦੇ ਲਈ ਰਾਸਤੇ ਤਕਰੀਬਨ ਸਾਰੇ ਬੰਦ ਹੋ ਗਏ ਨੇ। ਠੀਕ ਹੋ ਗਿਆ, ਇਹ ਫਿਲਹਾਲ ਮੌਜੂਦਾ ਸੂਰਤ-ਏ-ਹਾਲ ਹੈ ਜਿਹੜੀ ਤੁਸੀਂ ਵੈਸੇ ਵੀ ਜਾਣਦੇ ਹੋ। ਠੀਕ ਹੋ ਗਿਆ, ਤੇ ਇਸ ਤੋਂ ਅਗਲਾ ਮਰਹਲਾ ਹੋਰ ਮੈਂ ਤੁਹਾਨੂੰ ਬਿਆਨ ਕਰਨਾ ਵਾ ਕਿ ਇਹ ਸਾਥੀਆਂ ਦੀ ਫਾਇਰਿੰਗ ਦੇ ਨਾਲ ਜਾਣ ਦੀ ਕਿੰਨੀ ਉਮੀਦ ਹੈਗੀ ਹੈ। ਠੀਕ ਹੋ ਗਿਆ, ਇਸ ਮਹੀਨੇ ਦੇ ਅੰਦਰ ਤੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਜਾਣ ਦਾ ਅਗਰ ਮੈਂ ਹਿਸਾਬ ਲਵਾਂ ਤੇ ਜ਼ਾਇਚੇ ਦੇ ਅੰਦਰ ਤੁਸੀਂ ਦੇਖੋ ਖਾਨਾ ਨੰਬਰ 4 ਜਿਹੜਾ ਹੈ ਨਾ ਉਹ ਇਹ ਜਿੱਥੇ ਵੀ ਹੈਗੇ ਨੇ ਨਾ ਜਿਸ ਵੀ ਮੁਕਾਮ ਤੇ ਹੈਗੇ ਨੇ ਉਹ ਇਹਨਾਂ ਦੀ ਮੌਜੂਦਾ ਲੋਕੇਸ਼ਨ ਹੈਗੀ। ਠੀਕ ਹੈ, ਉਹ ਲੋਕੇਸ਼ਨ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਆਪੋਜ਼ਿਟ ਪਾਰਟੀ ਹੈ ਨਾ ਸਾਡੀ ਪੰਜਾਬ ਪੁਲਿਸ, ਠੀਕ ਹੈ, ਸੀਸੀਡੀ ਜਿਹੜੇ ਨੇ ਉਹ ਇਹਨਾਂ ਉਹ ਉਸ ਖਾਨੇ 'ਚ ਰਿਪੀਟ ਕਰ ਰਹੀ ਹੈ। ਠੀਕ ਹੋ ਗਿਆ, ਨੁਕਤਾ ਚਲਾਓ ਤੇ ਨੁਕਤਾ ਕਹਿ ਦਿੱਤਾ ਹੈ ਰੂਹੀ ਦੇ ਮੁਤਾਬਕ ਅਗਰ ਦੇਖੋ ਤੇ ਦੋਨੋਂ ਸੂਰਤ-ਏ-ਹਾਲ ਫਿਰ ਉਂਝ ਹੋ ਜਾਂਦੀ ਹੈ ਕਿ ਇਹਨਾਂ ਦੀ ਲੋਕੇਸ਼ਨ ਖਾਨਾ 4 ਤੇ ਇਹਨਾਂ ਦਾ ਜਿਹੜੇ ਆਪੋਜ਼ਿਟ ਪਾਰਟੀ ਆ ਖਾਨਾ 7 ਇਹ ਇੱਕ ਹੀ ਜਗ੍ਹਾ ਤੇ ਰਿਪੀਟੀਸ਼ਨ ਕਰ ਰਹੇ ਨੇ। ਇਹਦਾ ਮਤਲਬ ਹੈਗਾ ਇਹ ਕਿ ਗੋਗੀ ਬੱਟ ਸਾਹਿਬ ਜਿੱਥੇ ਵੀ ਗਏ ਨੇ ਅੱਲਾ ਜਾਣੇ ਕਿਸ ਵੀ ਹਾਲਤ ਦੇ ਵਿੱਚ ਗਏ ਨੇ ਮੈਂਟਲੀ ਤੌਰ ਤੇ ਬਹੁਤ ਪਰੇਸ਼ਾਨ ਹੈ। ਲੇਕਿਨ ਉਹਨਾਂ ਦੀ ਮੁਕੰਮਲ ਖਬਰ ਸਾਡੀ ਆਫੀਸਰਸ ਨੂੰ ਮੌਜੂਦ ਹੈਗੀ ਹੈ। ਇਲਮੇ ਰਮਲ ਦਾ ਜ਼ਾਇਚਾ ਦੱਸ ਰਿਹਾ ਹੈ ਕਿ ਮੁਕੰਮਲ ਖਬਰ ਸਾਡੇ ਅਦਾਰਿਆਂ ਨੂੰ ਮੌਜੂਦ ਆ ਕਿ ਉਹ ਜਿਸ ਵੀ ਜਗ੍ਹਾ ਤੇ ਗਏ ਨੇ ਅਗਰ ਉਹ ਤੋਂ ਮੂਵ ਵੀ ਕਰਦੇ ਨੇ, ਅਗਰ ਗੋਗੀ ਬੱਟ ਸਾਹਿਬ ਉਹ ਤੋਂ ਮੂਵ ਵੀ ਕਰਨ ਉਹਦੇ ਬਾਵਜੂਦ ਉਹਨਾਂ ਨੂੰ ਪਤਾ ਰਹੇਗਾ ਰੀਜ਼ਨ ਹੈ ਕਿ ਉਹਨਾਂ ਦੇ ਬਿਲਕੁਲ ਕਰੀਬੀ ਲੋਕ ਜਿਹੜੇ ਨੇ ਉਹ ਖਬਰੀ ਗਏ ਨੇ, ਉਹਨਾਂ ਦੇ ਨਾਲ ਪਿੱਛੋਂ ਪੂਰੀ ਖਬਰ ਪਹੁੰਚਾਈ ਜਾ ਰਹੀ ਹੈ। ਸਮਝ ਲਓ ਕਿ ਜਿਸ ਵੀ ਲੋਕੇਸ਼ਨ ਤੇ ਨੇ ਉਹਨਾਂ ਦੇ ਆਸ-ਪਾਸ ਲੋਕ ਬਕਾਇਦਾ ਖਬਰੀ ਗਏ ਨੇ ਸਾਡੇ ਇਦਾਰਿਆਂ ਦੇ ਜਿਹੜੇ ਸੀਸੀਡੀ ਜਾਂ ਕੋਈ ਵੀ ਪੁਲਿਸ ਆਫੀਸਰ ਲਾ ਲਓ ਜਿਨ੍ਹਾਂ ਨੇ ਟ੍ਰੇਸ ਨਾ। ਠੀਕ ਹੋ ਗਿਆ, ਕਿ ਅਗਰ ਗੋਗੀ ਬੱਟ ਸਾਹਿਬ ਦਾ ਇਹ ਖਿਆਲ ਹੈ ਕਿ ਉਹ ਰੂਪੋਸ਼ ਹੋ ਗਏ ਨੇ ਤੇ ਇਹ ਮਹਿਜ਼ ਉਹਨਾਂ ਦਾ ਖਿਆਲ ਹੈ। ਠੀਕ ਹੋ ਗਿਆ, ਅੱਗੇ ਚੱਲ ਇਸ ਤੋਂ ਬਾਅਦ ਅਗਲਾ ਸੂਰਤ-ਏ-ਹਾਲ ਇਹ ਆਂਦੀ ਆ ਕਿ ਗੋਗੀ ਬੱਟ ਸਾਹਿਬ ਦੇ ਹੋਰ ਕਿਹੜੇ ਮਾਮਲਾ ਦੇ ਉੱਪਰ ਨਜ਼ਰ ਜਾ ਰਹੀ। ਗੋਗੀ ਬੱਟ ਸਾਹਿਬ ਦਾ ਅਗਰ ਤੁਸੀਂ ਖਾਨਾ 2 ਦੇਖੋ, ਠੀਕ ਹੈ, ਉਹ ਰਿਪੀਟ ਹੋ ਰਿਹਾ ਹੈ ਜਾ ਕੇ ਖਾਨਾ 8 ਦੇ ਅੰਦਰ, ਫਿਰ ਰਿਪੀਟ ਹੋ ਰਿਹਾ ਜਾ ਕੇ ਖਾਨਾ 9 ਦੇ ਅੰਦਰ 9 ਦੇ ਅੰਦਰ। ਠੀਕ ਹੋ ਗਿਆ, ਖਾਨਾ 2 ਤੋਂ ਸ਼ੁਰੂ ਹੋ ਰਿਹਾ ਹੈ, ਖਾਨਾ 8 ਤੇ ਜਾ ਰਿਹਾ ਹੈ, ਖਾਨਾ 8 ਤੋਂ ਜਾ ਕੇ ਖਾਨਾ 9 ਦੇ ਉੱਤੇ ਆ ਕੇ ਉਹ ਰੁਕ ਰਿਹਾ ਹੈ। ਇਹਦਾ ਮਤਲਬ ਪਤਾ ਕੀ ਹੈ? ਇਹਦਾ ਮਤਲਬ ਹੈਗਾ ਕਿ ਗੋਗੀ ਬੱਟ ਸਾਹਿਬ ਦਾ ਜਿਹੜੇ ਮਰਾਹਲ ਨੇ ਨਾ ਉਹ ਬਿਲਕੁਲ ਵੀ ਰਾਸਤੇ ਬੰਦ ਨਹੀਂ ਹੋਏ। ਅਗਰ ਗੋਗੀ ਬੱਟ ਸਾਹਿਬ ਜਿਹੜੇ ਨੇ ਉਹ ਥੋੜਾ ਜਿਹਾ ਅਕਲ ਦਾ ਕੰਮ ਲੈਣ, ਵਿਚੋਲਾ ਪਾਣ, ਪ੍ਰੋਪਰ ਵਿਚੋਲਾ ਪਾਣ, ਐਵੇਂ ਫਾਲਤੂ ਦੇ ਵਿੱਚ ਉਹ ਟੀਫੀ ਬੱਟ ਸਾਹਿਬ ਦਾ ਜਿਹੜਾ ਵਕੂਆ ਹੋ ਗਿਆ ਹੈ ਉਹਦੀ ਜ਼ਿੱਦ ਦੇ ਵਿੱਚ ਨਾ ਆਣ, ਥੋੜੀਆਂ ਗਰੰਟੀਆਂ ਦੇ ਦੇਣ ਤੇ ਇਹਨਾਂ ਦੇ ਕੋਲ ਬਚਣ ਦੇ 100% 90% ਨਹੀਂ 100% ਚਾਂਸਿਸ ਨੇ ਕਿ ਗੋਗੀ ਬੱਟ ਸਾਹਿਬ ਜਿਹੜੇ ਨਾ ਨਿਕਲ ਜਾਣਗੇ। ਠੀਕ ਹੈ, ਇਹਨਾਂ ਦੇ ਪਿੱਛੇ ਇਹਨਾਂ ਦੇ ਸਾਥੀ ਬਿਲਕੁਲ ਨਹੀਂ ਆਣਗੇ। ਠੀਕ ਹੋ ਗਿਆ, ਤੇ ਉਮੀਦ ਹੈ ਕਿ ਤੁਸੀਂ ਸਮਝ ਰਹੇ ਹੋ ਕਿ ਗੋਗੀ ਬੱਟ ਸਾਹਿਬ ਦੇ ਕੋਲ ਜਿਸ ਤਰ੍ਹਾਂ ਟੀਫੀ ਬੱਟ ਸਾਹਿਬ ਦੇ ਕੋਲ ਜਿਹੜਾ ਵਕਤ ਸੀ ਉਹ ਬਿਲਕੁਲ ਖਤਮ ਸੀ, ਗੋਗੀ ਬੱਟ ਸਾਹਿਬ ਦੇ ਕੋਲ ਵਕਤ ਖਤਮ ਨਹੀਂ ਹੋਇਆ। ਇਹ ਅਗਰ ਚਾਹਣ ਵਿਚੋਲਾ ਪਾ ਕੇ ਡੀਲ ਇਹ ਬਣਾ ਸਕਦੇ ਨੇ ਬੜੇ ਆਰਾਮ ਦੇ ਨਾਲ। ਉਸ ਡੀਲ ਤੋਂ ਬਾਅਦ ਇਹਨਾਂ ਦੇ ਕੋਲ ਕੀ ਸੂਰਤ-ਏ-ਹਾਲ ਬਣ ਸਕਦੀ ਹੈ? ਜਾਂ ਤੇ ਪਰਮਾਨੈਂਟਲੀ ਰੂਪੋਸ਼ ਹੋ ਜਾਣਾ ਜਾਂ ਜਿਹੜਾ ਨੇ ਗ੍ਰਿਫਤਾਰ ਹੋ ਕੇ ਥੋੜੀ ਜੀ ਲੰਬੀ ਸਜ਼ਾ ਕੱਟ ਲੈਣਾ। ਦੋ ਹੀ ਸੂਰਤਾਂ ਨੇ, ਦੋਨਾਂ ਸੂਰਤਾਂ ਦੇ ਵਿੱਚ ਇਹਨਾਂ ਨੂੰ ਮੰਜ਼ਰੇ ਆਮ ਤੋਂ ਕਾਫੀ ਅਰਸਾ ਗਾਇਬ ਰਹਿਣਾ ਪਏਗਾ। ਠੀਕ ਹੋ ਗਿਆ, ਇਹੀ ਸ਼ਰਤ ਹੈ। ਇਹੀ ਸ਼ਰਤ ਦੇ ਉੱਤੇ ਅਗਰ ਇਹ ਵਿਚੋਲਾ ਪਾਲਣ, ਕਿਉਂਕਿ ਤਾਲੁਕਾਤ ਹੁੰਦੇ ਨੇ ਹਰ ਕਿਸੇ ਦੇ, ਤੇ ਅਗਰ ਇਹੀ ਸ਼ਰਤ ਦੇ ਉੱਤੇ ਗੋਗੀ ਬੱਟ ਸਾਹਿਬ ਵਿਚੋਲਾ ਪਾਲਣ ਤੇ ਇਹਨਾਂ ਦੀ ਬਚਤ ਹੋ ਜਾਵੇਗੀ। ਠੀਕ ਹੋ ਗਿਆ, ਇਸ ਤੋਂ ਹਟ ਕੇ ਜਿਹੜਾ ਨਾ ਕਿ ਅਗਰ ਤੁਸੀਂ ਕਹੋ ਕਿ ਅਗਰ ਤੁਸੀਂ ਉਹਨਾਂ ਦੀ ਮੌਜੂਦਾ ਕੈਫੀਅਤ ਦੇਖੋ, ਖਾਨਾ 1 ਖਾਨਾ 5 ਚ ਰਿਪੀਟੀਸ਼ਨ ਹੋ ਰਹੀ ਆ ਕਿ ਗੋਗੀ ਬੱਟ ਸਾਹਿਬ ਦੀ ਲੱਗੀ ਪਈ। ਠੀਕ ਹੋ ਗਿਆ, ਲੱਗੀ ਤੋਂ ਵੀ ਕੋਈ ਅਗਲਾ ਦਰਜਾ ਹੈਗਾ, ਲਫ਼ਜ਼ ਛੋਟਾ ਹੋਏਗਾ ਕਿ ਜੀ ਥੋੜੀ ਜੀ ਲੱਗੀ ਆ, ਲੱਗੀ ਪਈ ਹੈ। ਲੇਕਿਨ ਗੋਗੀ ਬੱਟ ਸਾਹਿਬ ਦੀ ਨਜਾਤ ਨਹੀਂ ਹੈਗੀ, ਇਹ ਗੱਲ ਜ਼ਿਹਨ ਚ ਰੱਖ ਲਓ, ਨਜਾਤ ਨਹੀਂ ਹੈਗੀ। ਇਹਨਾਂ ਦੀਆਂ એનર્ਜੀਆਂ ਉੱਪਰੋਂ ਤੇ ਥੱਲੋਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਨੇ। ਜ਼ਾਇਚੇ ਦੇ ਅੰਦਰ ਅਗਰ ਅਸੀਂ ਜੱਜਾਂ ਵੱਲ ਜਾਈਏ, ਠੀਕ ਹੈ, ਅਗਰ ਦੋਨਾਂ ਜੱਜਾਂ ਵੱਲ ਜਾਈਏ ਤੇ ਇਹਨਾਂ ਦੀਆਂ એનર્ਜੀਆਂ ਬੰਦ ਹੋ ਗਈਆਂ। ਠੀਕ ਹੋ ਗਿਆ, ਤੇ ਇਹਨਾਂ ਦੇ ਕੋਲ ਸਿਵਾਏ ਡੀਲ ਤੋਂ ਰਾਸਤਾ ਨਹੀਂ ਹੈ। ਜਿਸ ਤਰ੍ਹਾਂ ਟੀਫੀ ਬੱਟ ਸਾਹਿਬ ਸਨ ਉਹ ਡੀਲ ਵੀ ਕਰ ਲੈਂਦੇ, ਉਹ ਕੁਝ ਵੀ ਕਰ ਲੈਂਦੇ, ਉਹਨਾਂ ਕੋਲ ਰਾਸਤਾ ਹੈ ਹੀ ਨਹੀਂ ਸੀ।
ਠੀਕ ਹੋ ਗਿਆ। ਗੋਗੀ ਭੱਟ ਸਾਹਿਬ ਦੇ ਕੋਲ ਰਾਸਤਾ ਮੌਜੂਦ ਆ। ਇਲਮ ਦੱਸਦਾ ਪਿਆ ਹੈ ਕਿ ਉਹਨਾਂ ਦੀ ਮੌਤ ਦਾ ਜਿਹੜਾ ਮਾਮਲਾਤ ਨੇ ਇਹ ਤਬਦੀਲ ਹੋ ਸਕਦੇ ਨੇ ਅਗਰ ਉਹ ਆਪਣਾ ਕੋਈ ਫੈਸਲਾ ਬਿਹਤਰ ਕਰ ਲੈਣ। ਜੋ ਫੈਸਲੇ ਉਹਨਾਂ ਤੱਕ ਪਹੁੰਚਾਏ ਜਾ ਰਹੇ ਨੇ ਜਾਂ ਜੋ ਵੀ ਉਹ ਡੀਲ ਕਰ ਰਹੇ ਨੇ ਉਹਨੂੰ ਮਨੋਂ ਅਨ ਮੰਨ ਲੈਣ, ਇਨਸ਼ਾਅੱਲਾ ਉਹ ਲੰਬੀ ਜ਼ਿੰਦਗੀ ਅੱਗੇ ਜੀਣਗੇ। ਅਗਰ ਤੇ ਉਹ ਐਸੀ ਹਰਧਰਮੀ ਤੇ ਅੜੇ ਰਹੇ ਕਿ ਜੀ ਉਹ ਤੀਫੀ ਭੱਟ ਸਾਹਿਬ ਸਨ, ਉਹ ਮੇਰੇ ਭਰਾ ਸਨ, ਅਸੀਂ ਉਹਨਾਂ ਲਈ ਮੈਂ ਹਰ ਹੱਦ ਕ੍ਰੋਸ ਕਰਾਂਗਾ, ਅਗਰ ਇਹ ਹਲੇ ਵੀ ਇਹੀ ਰਵਸ਼ ਇਹਨਾਂ ਨੇ ਅਪਣਾਈ ਰੱਖੀ ਤੇ ਫਿਰ ਸਾਡੇ ਜਿਹੜੇ ਤੀਫੀ ਭੱਟ ਸਾਹਿਬ ਨੇ ਬਚਪਨ ਤੋਂ ਜਿਨ੍ਹਾਂ ਨੂੰ ਅਸੀਂ ਸੁਣਦੇ ਆ ਰਹੇ ਹਾਂ ਤੇ ਫਿਰ ਸੌਰੀ ਗੋਗੀ ਭੱਟ ਸਾਹਿਬ ਜਿਹੜੇ ਨੇ ਇਹਨਾਂ ਦਾ ਫਿਰ ਅੱਗੇ ਮਾਮਲਾ ਜਿਹੜੇ ਨਾਲ ਨਜ਼ਰ ਨਹੀਂ ਆ ਰਹੇ। ਕਿਉਂ ਕਿ ਦੋਨੋਂ ਸੂਰਤਾਂ ਮੌਜੂਦ ਨੇ ਲੇਕਿਨ ਇਹਨਾਂ ਦੀ ਫੈਸਲੇ ਦੇ ਉੱਪਰ ਮੌਜੂਦ ਹੈ। ਕਹਿੰਦੇ ਨੇ ਕਿ ਬਾਜ਼ ਔਕਾਤ ਤੁਹਾਨੂੰ ਅੱਲਾਹ ਪਾਕ ਕਹਿ ਦਿੰਦਾ ਕਿ ਜਾਂ ਤੇ ਤੁਸੀਂ ਬਸ ਖੱਬੇ ਹੀ ਮੁੜਨਾ, ਠੀਕ ਹੋ ਗਿਆ। ਬਾਜ਼ ਔਕਾਤ ਅੱਲਾਹ ਪਾਕ ਤੁਹਾਨੂੰ ਕਹਿ ਦਿੰਦਾ ਤੇਰੀ ਮਰਜ਼ੀ ਆ, ਖੱਬੇ ਮੁੜ ਜਾ ਜਾਂ ਸੱਜੇ ਮੁੜ ਜਾ। ਤੇ ਗੋਗੀ ਭੱਟ ਸਾਹਿਬ ਦੇ ਕੋਲ ਦੋਨੋਂ ਆਪਸ਼ਨਾਂ ਮੌਜੂਦ ਨੇ, ਖੱਬੇ ਮੁੜ ਜਾਣ ਜਾਂ ਸੱਜੇ ਮੁੜ ਜਾਣ। ਲੇਕਿਨ ਬਹੁਤ ਜ਼ਿਆਦਾ ਉਮੀਦ ਹੈਗੀ ਆ ਕਿ ਇਹਨਾਂ ਦੇ ਸਾਥੀਆਂ ਤੋਂ ਇਹ ਬਚ ਜਾਣਗੇ, ਠੀਕ ਆ। ਅਗਰ ਇਹ ਥੋੜਾ ਜਿਹਾ ਅਕਲ ਦੇ ਨਾਲ ਕੰਮ ਲੈਣ, ਫालतू ਦੀ ਜਿਹੜੀਆਂ ਨਾ ਪਰੇਸ਼ਾਨੀਆਂ ਨਾ ਪਾਲਣ ਤੇ ਮਜ਼ੀਦ ਨਾ ਲੋਕਾਂ ਨੂੰ ਦੇਣ ਤੇ ਇਹ ਬਚ ਜਾਣਗੇ। ਗੋਗੀ ਭੱਟ ਸਾਹਿਬ ਦੇ ਫਾਈਨੈਂਸ਼ੀਅਲ ਇਸ਼ੂ ਦੇ ਉੱਪਰ ਵੀ ਨਜ਼ਰ ਆ, ਕਿੱਥੋਂ ਪੈਸੇ ਆ ਰਹੇ ਨੇ, ਕਿੱਥੋਂ ਜਾ ਰਹੇ ਨੇ, ਕਿਧਰੋਂ ਕਢਵਾ ਰਹੇ ਨੇ, ਠੀਕ ਹੈ। ਤੇ ਇਸ ਵਜ੍ਹਾ ਤੋਂ ਅਦਾਰਿਆਂ ਤੋਂ ਛੁਪੇ ਹੋਏ ਨਹੀਂ ਨੇ। ਇਹ ਗੱਲ ਜ਼ਿਹਨ 'ਚ ਰੱਖ ਲਓ ਕਿ ਤੁਸੀਂ ਅਦਾਰਿਆਂ ਤੋਂ ਛੁਪੇ ਹੋਏ ਨਹੀਂ ਹੋ। ਤੁਸੀਂ ਇਸ ਟਾਈਮ ਜਿੱਥੇ ਵੀ ਮੌਜੂਦ ਹੋ ਤੁਹਾਡੇ ਆਸ-ਪਾਸ ਵਾਲੇ ਜਿਹੜੇ ਨਾ ਪਲ ਪਲ ਦੀ ਖਬਰ ਦੇ ਰਹੇ ਨੇ। ਲਿਹਾਜ਼ਾ ਤੁਹਾਡਾ ਅੰਜਾਮ ਕੈਦ ਆ, ਤੁਹਾਡਾ ਅੰਜਾਮ ਕੈਦ ਆ ਜਾਂ ਤੁਹਾਡੀ ਰੂਪੋਸ਼ੀ ਮੰਜ਼ਰ ਤੋਂ ਮੁਕੰਮਲ ਗਾਇਬ, ਠੀਕ ਹੋ ਗਿਆ। ਅਗਰ ਤੁਸੀਂ ਬਚ ਜਾਂਦੇ ਹੋ ਤੇ ਠੀਕ ਹੋ ਗਿਆ। ਤੇ ਬਚਣਾ ਤੁਸੀਂ ਜਿਹੜਾ ਹੈ ਗੋਗੀ ਭੱਟ ਸਾਹਿਬ ਆਪਣੀ ਜ਼ੁਬਾਨ ਤੋਂ ਆ, ਆਪਣੀ ਉਸ ਗਾਰੰਟੀ ਤੋਂ ਆ ਜਿਹੜੀਆਂ ਤੁਸੀਂ ਦੇਣੀਆਂ ਨੇ, ਠੀਕ ਹੋ ਗਿਆ। ਤੁਹਾਡੇ ਕੋਲ ਰਾਸਤਾ ਮੌਜੂਦ ਹੈ। ਤੀਫੀ ਭੱਟ ਸਾਹਿਬ ਕੋਲ ਰਾਸਤਾ ਮੌਜੂਦ ਨਹੀਂ ਸੀ ਲੇਕਿਨ ਅਗਰ ਅਸੀਂ ਇਸ ਜ਼ਾਇਚੇ ਨੂੰ ਦੇਖੀਏ ਤੇ ਖਾਨਾ 1 ਤੇ ਖਾਨਾ 5 ਤੇ ਬਿਲਕੁਲ ਕਹਿ ਰਿਹਾ ਕਿ ਤਬਾਹੀ ਹੈ, ਮਤਲਬ ਹਰ ਚੀਜ਼ ਤੁਹਾਡੀ ਜ਼ਿਹਨੀ ਤੌਰ ਤੇ ਤੁਸੀਂ ਖਤਮ ਹੋ ਚੁੱਕੇ ਹੋ, ਠੀਕ ਹੈ। ਲੇਕਿਨ ਖਾਨਾ 8 ਖਾਨਾ 9 ਖਾਨਾ 2 ਤੁਹਾਨੂੰ ਦੱਸ ਰਿਹਾ ਹੈ ਕਿ ਤੁਸੀਂ ਤੁਹਾਡੇ ਲਈ ਬਚਤ ਹੈ, ਠੀਕ ਹੋ ਗਿਆ। ਖਾਨਾ 10 ਜਿਹੜਾ ਹੈ ਗਵਰਨਮੈਂਟ, ਠੀਕ ਹੋ ਗਿਆ। ਇਹ ਦੋ ਕੇਸਿਸ ਅਗਰ ਗੋਗੀ ਭੱਟ ਸਾਹਿਬ ਦਾ ਵੀ ਕੋਈ ਗੜਬੜ ਹੋ ਗਈ ਤੇ ਗਵਰਨਮੈਂਟ ਜਿਹੜੀ ਸਾਡੀ ਇੱਥੇ ਦੀ ਗਵਰਨਮੈਂਟ ਹੈ, ਜਿਹੜੇ ਸ਼ਰਾਫੀਆ ਨੇ, ਇਹਨਾਂ ਨੂੰ ਆਉਣ ਵਾਲੇ ਵਕਤ ਦੇ ਵਿੱਚ ਮੁਸ਼ਕਿਲਾਤ ਦਾ ਸਾਹਮਣਾ ਕਰਨਾ ਪਏਗਾ ਇਹਨਾਂ ਫੈਸਲਿਆਂ ਦੀ ਵਜ੍ਹਾ ਤੋਂ। ਇਨ ਕੇਸ ਅਗਰ ਗੋਗੀ ਭੱਟ ਸਾਹਿਬ ਆਪਣੀ ਜ਼ਿੱਦ ਤੇ ਅੜੇ ਰਹਿੰਦੇ ਨੇ ਤੇ ਇਹਨਾਂ ਨੂੰ ਫਿਰ ਸਾਥੀ ਆ ਕੇ ਲੈ ਜਾਂਦੇ ਨੇ ਤੇ ਇਸ ਸੂਰਤ-ਏ-ਹਾਲ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਮੁਸ਼ਕਿਲ 'ਚ ਆਏਗੀ ਅੱਗੇ ਜਾ ਕੇ। ਇਹ ਗੱਲ ਹਵਾ 'ਚ ਤਹਿਲੀਲ ਨਹੀਂ ਹੋ ਜਾਏਗੀ। ਇਹ ਗੱਲ ਤੁਹਾਨੂੰ ਗਰੰਟੀ ਦੇ ਰਹੇ ਹਾਂ ਕਿ ਤੀਫੀ ਭੱਟ ਸਾਹਿਬ ਗੋਗੀ ਭੱਟ ਸਾਹਿਬ ਦਾ ਜਿਹੜਾ ਜੋ ਵੀ ਮਾਮਲਾ ਹੈ, ਠੀਕ ਹੋ ਗਿਆ। ਅਸੀਂ ਇਹਨਾਂ ਨੂੰ ਮਤਲਬ ਕਦੀ ਮੈਂ ਨਹੀਂ ਮਿਲਿਆ, ਮੈਨੂੰ ਨਹੀਂ ਪਤਾ ਇਹਨਾਂ ਦੇ ਕੀ ਮਾਮਲਾਤ ਨੇ ਕੀ ਨਹੀਂ ਹੈ। ਬਲਾਸਟ ਦੇ ਟਾਈਮ ਤੇ ਅਸੀਂ ਸੁਣਿਆ ਲੇਕਿਨ ਇਹ ਕਿ ਹਕੀਕਤ ਹੈਗੀ ਆ ਕਿ ਇਹਨਾਂ ਦਾ ਮਾਮਲਾ ਜਿਹੜਾ ਹੈ ਨਾ ਇਹ ਅੱਗੇ ਜਾ ਕੇ ਗਵਰਨਮੈਂਟ ਨੂੰ ਕੁਛ ਅੱਛੇ ਮਾਮਲਾਤ ਦੇ ਨਾਲ ਸਾਹਮਣਾ ਨਹੀਂ ਹੋਏਗਾ। ਗਵਰਨਮੈਂਟ ਜਾਣ ਤੋਂ ਬਾਅਦ ਹੋਏਗਾ ਲੇਕਿਨ ਹੋਏਗਾ ਜ਼ਰੂਰ। ਇਹਦੇ ਆਫਟਰ ਸ਼ੌਕਸ ਆਉਣਗੇ ਤੇ ਸਾਡੀ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਡੀਲ 'ਚ ਥੋੜੀ ਨਰਮੀ ਕਰਨ ਤੇ ਗੋਗੀ ਭੱਟ ਸਾਹਿਬ ਵੀ ਜਿਹੜੇ ਨੇ ਇਹਨਾਂ ਨੂੰ ਚਾਹੀਦਾ ਕਿ ਥੋੜੀ ਨਰਮੀ ਕਰਨ ਤੇ ਉਮੀਦ ਗਾਲਬ ਹੈ ਕਿ ਗੋਗੀ ਭੱਟ ਸਾਹਿਬ ਦੀ ਅੱਛੇ ਖਾਸੇ ਚਾਂਸਸ ਮੌਜੂਦ ਨੇ ਕਿ ਆਪਣੇ ਸਾਥੀਆਂ ਦੀ ਫਾਇਰਿੰਗ ਤੋਂ ਨਾ ਵਫਾਤ ਪਾਣ। ਤੇ ਗੋਗੀ ਭੱਟ ਸਾਹਿਬ ਲਈ ਮੇਰਾ ਮਸ਼ਵਰਾ ਹੈਗਾ ਕਿ ਅਗਰ ਤੁਸੀਂ ਇਸ ਖਿਆਲ ਦੇ ਵਿੱਚ ਹੋ ਕਿ ਲੋਕ ਤੁਹਾਡੇ ਤੋਂ ਕਿ ਨਾਲ ਇਹਦਾ ਬੇਖਬਰ ਨੇ ਤੇ ਇਹ ਤੁਸੀਂ ਮੈਂ ਇਸ ਖਿਆਲ ਆ। ਦੂਸਰੇ ਨੰਬਰ ਦੇ ਉੱਤੇ ਅਸੀਂ ਆਨੇ ਤੀਫੀ ਭੱਟ ਸਾਹਿਬ ਜਿਹੜੇ ਨੇ ਗੋਗੀ ਭੱਟ ਸਾਹਿਬ ਦਾ ਤੇ ਤੁਹਾਨੂੰ ਦੱਸ ਦਿੱਤਾ ਕਿ ਬਚਣ ਦੇ ਚਾਂਸਸ ਮੌਜੂਦ ਨੇ। ਤੀਫੀ ਭੱਟ ਸਾਹਿਬ ਜਿਹੜੇ ਨੇ ਇਹਨਾਂ ਦਾ ਜਿਹੜਾ ਮਾਮਲਾ ਹੈ ਉਹ ਇਹ ਹੈਗਾ ਹੈ ਕਿ ਪੰਜਾਬ ਦੇ ਵਿੱਚ ਅਗਰ ਪੰਜਾਬ ਦੇ ਵਿੱਚ ਲਾਹੌਰ ਸ਼ਹਿਰ ਦੇ ਵਿੱਚ ਆ ਕੇ ਇਹਨਾਂ ਦੇ ਸਾਥੀਆਂ ਨੂੰ ਛੁਡਾਉਣ ਆਉਂਦੇ ਤੇ ਫਿਰ ਇਹ ਇੱਥੇ ਜ਼ਰਾ ਅਸਰੋ ਰਸੂਖ ਰੱਖਦੇ ਨੇ। ਬਾਰ-ਬਾਰ ਫੈਮਲੀਜ਼ ਦਾ ਆਣਾ ਜਾਣਾ ਕੋਰਟ ਦੇ ਵਿੱਚ ਜ਼ਰਾ ਰੈਗੂਲਰ ਰਹਿਣਾ ਸੀ, ਠੀਕ ਹੋ ਗਿਆ। ਉਸ ਤੋਂ ਬਾਅਦ ਸਿੰਧ ਦੀ ਏਰੀਆ ਦੇ ਵਿੱਚ ਇਹਨਾਂ ਦੇ ਸਾਥੀਆਂ ਨੇ ਇਹਨਾਂ ਨੂੰ ਛੁਡਾਉਣ ਬਿਲਕੁਲ ਨਹੀਂ ਸੀ ਆਣਾ। ਕਿਉਂ ਕਿ ਉੱਥੇ ਫਿਰ ਸਿੰਧ ਹਕੂਮਤ ਆ ਤੇ ਸਿੰਧ ਹਕੂਮਤ ਦੀ ਜਿਹੜੇ ਇਹਨਾਂ ਮਸਲੇ ਮਸਾਇਲ ਚੱਲ ਰਹੇ ਨੇ ਆਲਰੇਡੀ ਸਾਡੀ ਪੰਜਾਬ ਗਵਰਨਮੈਂਟ ਦੇ ਨਾਲ, ਮਰੀਮ ਨਵਾਜ਼ ਮੈਡਮ ਦੇ ਨਾਲ, ਠੀਕ ਹੋ ਗਿਆ। ਤੇ ਫੈਡਰਲ ਏਰੀਆ ਦੇ ਵਿੱਚ ਵੀ ਇਹਨਾਂ ਨੂੰ ਕਿਤੇ ਵੀ ਉਹਨਾਂ ਨੇ ਨਹੀਂ ਸੀ ਲਿਆਉਣਾ ਤੇ ਇਹ ਆਖਿਰਕਾਰ ਇਹਨਾਂ ਦੇ ਸਾਥੀ ਜਿਹੜੇ ਸਨ ਇਹਨਾਂ ਨੇ ਪੰਜਾਬ ਦੇ ਵਿੱਚ ਹੀ ਆਉਣਾ ਸੀ ਤੇ ਪੰਜਾਬ ਦੇ ਵਿੱਚ ਇਹਨਾਂ ਨੂੰ ਦੂਰ ਇਸ ਲਈ ਮਾਮਲਾਤ ਇਹਨਾਂ ਦੇ ਨਾਲ ਹੋਏ ਨੇ ਸ਼ਾਇਦ ਤੀਫੀ ਭੱਟ ਸਾਹਿਬ ਦੇ ਨਾਲ ਕਿ ਜਿਹੜੀ ਫੈਮਿਲੀ ਆ ਨਾ ਉਹ ਜ਼ਰਾ ਈਜ਼ੀ ਅਪਰੋਚ ਨਾ ਉਹਨਾਂ ਦੀ ਹੋਵੇ, ਉਹਨਾਂ ਨੂੰ ਬਾਰ-ਬਾਰ ਆਣਾ ਜਾਣਾ ਪਵੇ, ਠੀਕ ਹੋ ਗਿਆ। ਤੇ ਇਹ ਕੁੱਲ ਮਿਲਾ ਕੇ ਸੂਰਤ-ਏ-ਹਾਲ ਹੈ ਕਿ ਤੀਫੀ ਭੱਟ ਸਾਹਿਬ ਨੂੰ ਸਿੰਧ ਦੇ ਅੰਦਰ ਕਰਾਚੀਓਂ ਲਾਹੌਰ ਨੂੰ ਲਿਆਂਦਿਆਂ ਹੋਇਆ ਕਿਉਂ ਉਹਨਾਂ ਦੇ ਸਾਥੀ ਆਏ, ਸਿੰਧ ਦੀ ਹਦੂਦ 'ਚ ਕਿਉਂ ਨਹੀਂ ਆਏ, ਪੰਜਾਬ ਦੀ ਹਦੂਦ ਦੇ ਵਿੱਚ ਹੀ ਆ ਕੇ ਕਿਉਂ ਆਏ, ਠੀਕ ਹੋ ਗਿਆ। ਦੂਸਰੇ ਨੰਬਰ ਦੇ ਉੱਤੇ ਲਾਹੌਰ ਕਿਉਂ ਨਹੀਂ ਲਿਆਂਦਾ ਤਾਂ ਕਿ ਉਹਨਾਂ ਦੀ ਫੈਮਿਲੀ ਤੇ ਉਹਨਾਂ ਦੇ ਜਿਹੜੇ ਇੱਥੇ ਬਾਰ-ਬਾਰ ਅਦਾਲਤਾਂ ਦੇ ਵਿੱਚ ਸਰਵਾਈਵ ਕਰ ਸਕਣਗੇ। ਤੇ ਇੱਥੋਂ ਜ਼ਰਾ ਰਹੀਮ ਯਾਰ ਖਾਨ ਦੀਆਂ ਅਦਾਲਤਾਂ ਦੇ ਵਿੱਚ ਜਾਣਾ ਉਹ ਜ਼ਰਾ ਘੰਟਿਆਂ ਦਾ ਕੰਮ ਆ, 5-7 ਘੰਟੇ ਦਾ ਕੰਮ ਆ ਤੇ ਉਹਦੇ ਲਈ ਫਿਰ ਦਿਨ ਭੰਨਣੇ ਤੇ ਇਸ ਲਈ ਉਹ ਥੋੜਾ ਜਿਹਾ ਉਹਨੂੰ ਟੈਕਨੀਕਲ ਤਰੀਕੇ ਦੇ ਨਾਲ ਉਹਨਾਂ ਦੇ ਸਾਥੀਆਂ ਨੇ ਜਿਹੜਾ ਇਹਨਾਂ ਹਮਲਾ ਕੀਤਾ ਹੈ ਤੇ ਅੱਛੇ ਤਰੀਕੇ ਦੇ ਨਾਲ ਉਹ ਕਾਮਯਾਬ ਰਹੇ ਨੇ। ਤੇ ਇਹ ਕੁੱਲ ਮਿਲਾ ਕੇ ਸੂਰਤ-ਏ-ਹਾਲ ਹੈ ਤੇ ਤੀਫੀ ਭੱਟ ਸਾਹਿਬ ਦਾ ਤੇ ਜੋ ਅੰਜਾਮ ਸੀ ਉਹ ਆਪਣੇ ਅੰਜਾਮ ਨੂੰ ਪਹੁੰਚੇ, ਠੀਕ ਹੋ ਗਿਆ। ਤੇ ਸਾਡੇ ਜਿਹੜੇ ਗੋਗੀ ਭੱਟ ਸਾਹਿਬ ਨੇ ਆਪਣੇ ਲਾਹੌਰ ਵਾਲੇ ਇਹਨਾਂ ਨੂੰ ਚਾਹੀਦਾ ਕਿ ਇਹ ਵੀ ਇਸ ਅੰਜਾਮ ਤੋਂ ਬਚਣ, ਠੀਕ ਹੋ ਗਿਆ। ਮੈਂ ਬਾਰ-ਬਾਰ ਦੱਸ ਰਿਹਾ ਹਾਂ ਕਿ ਤੀਫੀ ਭੱਟ ਸਾਹਿਬ ਦੇ ਕੋਲ ਕੋਈ ਆਪਸ਼ਨ ਨਹੀਂ ਸੀ, ਤੁਹਾਡੇ ਕੋਲ ਆਪਸ਼ਨ ਮੌਜੂਦ ਆ। ਪਹਿਲੇ ਨੰਬਰ ਤੇ ਆਪਣੇ ਜ਼ਿਹਨ 'ਚੋਂ ਇਹ ਕੱਢ ਦਿਓ ਕਿ ਤੁਹਾਡਾ ਪਤਾ ਨਹੀਂ ਹੈ ਕਿਸੇ ਨੂੰ ਕਿ ਤੁਸੀਂ ਕਿੱਥੇ ਹੋ, ਤੁਹਾਡਾ ਪਤਾ ਨਹੀਂ ਕਿਸੇ ਨੂੰ ਕਿ ਤੁਸੀਂ ਕਿੱਧਰੋਂ ਪੈਸਿਆਂ ਨੂੰ ਆਪਣਾ ਖਰਚਾ ਵਗੈਰਾ ਚਲਾ ਰਹੇ ਹੋ ਤੇ ਉਹ ਟਰੈਕ ਨਹੀਂ ਹੋ ਰਿਹਾ। ਇਹ ਗੱਲਾਂ ਛੱਡ ਦਿਓ, ਬਸ ਸਿਰਫ ਤੇ ਸਿਰਫ ਇੱਕੋ ਕੰਮ ਕਰੋ ਕਿ ਆਪਣਾ ਕੀ ਉਹਨੂੰ ਕਹਿੰਦੇ ਨੇ ਨਾ ਥੋੜਾ ਜਿਹਾ ਗਰਦਨ ਨੂੰ ਝੁਕਾਓ, ਥੋੜਾ ਜਿਹਾ ਅਲਫਾਜ਼ ਨੂੰ ਨਰਮ ਕਰੋ ਤੇ ਮਾਮਲਾ ਨੂੰ ਸੈਟਲਮੈਂਟ ਕਰੋ। ਚੀਜ਼ਾਂ ਨੂੰ ਸੈਟਲਮੈਂਟ ਵੱਲ ਲੈ ਕੇ ਜਾਈਦਾ। ਗਵਰਨਮੈਂਟ ਹੁੰਦੀ ਹੈ, ਸਟੇਟ ਜਿਹੜੀ ਆ ਉਹ ਸਟੇਟ ਹੁੰਦੀ ਹੈ, ਠੀਕ ਹੋ ਗਿਆ। ਸ਼ੁਕਰੀਆ।